हेलो स्टूडेंट्स, क्लास BA फाइनल ਸਮੈਸਟਰ 5th ਚੈਪਟਰ ਕਲਾਸੀਕਲ ਮਾਡਲ ਆਫ ਗਰੋਥ। ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਕਲਾਸੀਕਲ ਮਾਡਲ ਆਫ ਗਰੋਥ ਪੜ੍ਹਿਆ ਸੀ। ਉਹਦੇ 'ਚ ਆਪਾਂ ਅਜੰਪਸ਼ਨਸ ਮਾਡਲ ਇਕਨੋਮਿਕ ਗਰੋਥ ਥਿਊਰੀ ਦੀਆਂ ਅਜੰਪਸ਼ਨਸ, ਕੰਸੈਪਟ ਆਫ ਇਕਨੋਮਿਕ ਡਿਵੈਲਪਮੈਂਟ, ਪ੍ਰੋਸੈਸ ਆਫ ਇਕਨੋਮਿਕ ਗਰੋਥ ਪੜ੍ਹ ਚੁੱਕੇ ਹਾਂ। ਇਕਨੋਮਿਕ ਗਰੋਥ ਪ੍ਰੋਸੈਸ ਦੇ ਦੋ ਫੇਜ਼ ਹੈ, ਪ੍ਰੋਗਰੈਸਿਵ ਸਟੇਟ ਅਤੇ ਸਟੇਸ਼ਨਰੀ ਸਟੇਟ। ਇਹ ਆਪਾਂ ਪੜ੍ਹ ਚੁੱਕੇ ਹਾਂ। ਅੱਜ ਆਪਾਂ ਪ੍ਰੋਗਰੈਸਿਵ ਸਟੇਟ ਅਤੇ ਸਟੇਸ਼ਨਰੀ ਸਟੇਟ ਦਾ ਡਾਇਗਰਾਮ ਪੜ੍ਹਾਂਗੇ ਅਤੇ ਨਾਲ ਇਕੁਏਸ਼ਨ, ਇਸ ਮਾਡਲ ਦੀਆਂ ਇਕੁਏਸ਼ਨਸ ਪੜ੍ਹਾਂਗੇ। ਗਰੋਥ ਮਾਡਲ ਦੀਆਂ ਇਕੁਏਸ਼ਨਸ ਵੀ ਇਹਦੇ 'ਚ ਆਪਾਂ ਅੱਜ ਕਰਾਂਗੇ। ਥੋੜ੍ਹਾ ਜਿਹਾ ਆਪਾਂ ਸਟੇਸ਼ਨਰੀ ਸਟੇਟ ਬਾਰੇ ਹੋਰ ਦੱਸ ਦਈਏ। ਸਟੇਸ਼ਨਰੀ ਸਟੇਟ ਰਿਕਾਰਡੋ ਦੇ ਅਕੋਰਡਿੰਗ ਜਦੋਂ ਇਕੋਨਮੀ ਦੇ ਵਿੱਚ ਪਾਪੂਲੇਸ਼ਨ ਵੱਧ ਜਾਂਦੀ ਹੈ ਤਾਂ ਪਾਪੂਲੇਸ਼ਨ ਵਧਣ ਕਰਕੇ ਅਨਾਜ ਦੀ ਡਿਮਾਂਡ ਵੱਧ ਜਾਂਦੀ ਹੈ। ਲੋਕਾਂ ਨੂੰ ਜ਼ਿਆਦਾ ਅਨਾਜ ਚਾਹੀਦਾ ਹੁੰਦਾ, ਇਸ ਕਰਕੇ ਅਨਾਜ ਦੀ ਸਪਲਾਈ ਨੂੰ ਵਧਾਉਣ ਵਾਸਤੇ ਘਟੀਆ ਜ਼ਮੀਨ ਦੇ ਉੱਤੇ ਵੀ ਖੇਤੀ ਕਰਨੀ ਪੈਂਦੀ ਹੈ। ਪਰ ਲੈਂਡ ਦੇ ਉੱਤੇ ਰਿਕਾਰਡੋ ਦੇ ਅਕੋਰਡਿੰਗ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਲਾਗੂ ਹੁੰਦਾ। ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਲਾਗੂ ਹੋਣ ਦੇ ਕਰਕੇ ਜਿਵੇਂ ਜਿਵੇਂ ਜ਼ਿਆਦਾ ਲੈਂਡ ਨੂੰ ਪ੍ਰਯੋਗ ਕੀਤਾ ਜਾਂਦਾ ਉਵੇਂ ਉਵੇਂ ਉਸ ਤੋਂ ਪ੍ਰਾਪਤ ਹੋਣ ਵਾਲਾ ਅਨਾਜ ਘਟਦਾ ਜਾਂਦਾ, ਅਨਾਜ ਦੀ ਮਾਤਰਾ ਘਟਦੀ ਜਾਂਦੀ ਹੈ। ਇਸ ਕਰਕੇ ਹੁਣ ਲੇਬਰ ਵਾਸਤੇ ਅਨਾਜ ਨੂੰ ਪ੍ਰਾਪਤ ਕਰਨਾ ਮਹਿੰਗਾ ਹੋ ਜਾਂਦਾ ਹੈ, ਅਨਾਜ ਦੀਆਂ ਕੀਮਤਾਂ ਵੱਧ ਜਾਂਦੀਆਂ। ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਦੇ ਲਾਗੂ ਹੋਣ ਕਰਕੇ ਲਾਗਤਾਂ ਵੱਧ ਜਾਂਦੀਆਂ, ਅਨਾਜ ਮਹਿੰਗਾ ਹੋ ਜਾਂਦਾ, ਅਨਾਜ ਦੀਆਂ ਕੀਮਤਾਂ ਵੱਧ ਜਾਂਦੀਆਂ। ਇਸ ਕਰਕੇ ਲੇਬਰ ਵਾਸਤੇ ਸਬਸਿਸਟੈਂਸ ਵੇਜ ਰੇਟ 'ਤੇ ਕੰਮ ਕਰਨਾ ਔਖਾ ਹੋ ਜਾਂਦਾ ਹੈ। ਲੇਬਰ ਜ਼ਿਆਦਾ ਮਜ਼ਦੂਰੀ ਦੀ ਡਿਮਾਂਡ ਕਰਦੇ ਆ, ਲੇਬਰ ਦੀ ਮਜ਼ਦੂਰੀ ਨੂੰ ਵਧਾਇਆ ਜਾਂਦਾ ਹੈ। ਲੇਬਰ ਦੀ ਮਜ਼ਦੂਰੀ ਦੇ ਵਧਣ ਨਾਲ ਪ੍ਰੋਫਿਟ ਘੱਟ ਜਾਂਦੇ ਆ। ਜਦੋਂ ਪ੍ਰਾਈਸ ਲੈਵਲ ਵੱਧਦਾ ਜਾਂ ਅਨਾਜ ਦੇ ਪ੍ਰਾਈਸ ਵੱਧਦੇ ਆ ਤਾਂ ਉਦੋਂ ਲੇਬਰ ਦੀ ਵੇਜ ਵੱਧ ਜਾਂਦੀ ਹੈ। ਲੇਬਰ ਦੀ ਵੇਜ ਵਧਣ ਨਾਲ ਪ੍ਰੋਫਿਟ ਰੇਟ ਘੱਟ ਜਾਂਦਾ, ਪ੍ਰੋਫਿਟ ਲੈਵਲ ਘੱਟ ਜਾਂਦਾ। ਪ੍ਰੋਫਿਟ ਦੇ ਘਟਣ ਨਾਲ ਆਊਟਪੁੱਟ ਘੱਟ ਜਾਂਦਾ, ਆਊਟਪੁੱਟ ਘੱਟ ਜਾਂਦਾ ਅਤੇ ਇਨਵੈਸਟਮੈਂਟ ਘੱਟ ਕੇ ਜ਼ੀਰੋ ਹੋ ਜਾਂਦਾ। ਇਸ ਤਰ੍ਹਾਂ ਨਾਲ ਜਿਵੇਂ ਜਿਵੇਂ ਪ੍ਰਾਈਸ ਲੈਵਲ ਵੱਧਦੇ ਆ, ਮਜ਼ਦੂਰੀਆਂ ਵਧਣ ਨਾਲ ਪ੍ਰਾਈਸ ਲੈਵਲ ਵੱਧਦੇ ਆ ਅਤੇ ਪ੍ਰਾਈਸ ਲੈਵਲ ਦੇ ਵਧਣ ਨਾਲ ਪ੍ਰੋਫਿਟ ਲੈਵਲ ਘਟਣ ਲੱਗ ਜਾਂਦਾ। ਪ੍ਰੋਫਿਟ ਲੈਵਲ ਦੇ ਘਟਣ ਨਾਲ ਇਨਵੈਸਟਮੈਂਟ ਘੱਟ ਜਾਂਦਾ, ਪ੍ਰੋਫਿਟ ਲੈਵਲ ਜ਼ੀਰੋ ਤੱਕ ਪਹੁੰਚ ਜਾਂਦਾ, ਇਨਵੈਸਟਮੈਂਟ ਵੀ ਜ਼ੀਰੋ ਤੱਕ ਪਹੁੰਚ ਜਾਂਦਾ ਤਾਂ ਇਸ ਸਟੇਟ ਨੂੰ ਸਟੇਸ਼ਨਰੀ ਸਟੇਟ ਕਿਹਾ ਜਾਂਦਾ। ਇਸ ਨੂੰ ਆਪਾਂ ਹੁਣ ਪ੍ਰੋਗਰੈਸਿਵ ਸਟੇਟ ਅਤੇ ਸਟੇਸ਼ਨਰੀ ਸਟੇਟ ਨੂੰ ਡਾਇਗਰਾਮ ਦੇ ਨਾਲ ਐਕਸਪਲੇਨ ਕਰਾਂਗੇ। OX ਐਕਸਿਸ 'ਤੇ ਹੈ ਇੰਪਲਾਇਮੈਂਟ, ਲੈਵਲ ਆਫ ਇੰਪਲਾਇਮੈਂਟ, ਅਤੇ Y ਐਕਸਿਸ 'ਤੇ ਹੈ ਕੈਪੀਟਲ ਅਕਮੂਲੇਸ਼ਨ। ਇੱਧਰ ਹੈ ਕੈਪੀਟਲ ਅਕਮੂਲੇਸ਼ਨ। $45 ਡਿਗਰੀ ਦਾ W ਕਰਵ ਹੈ ਜਿਹੜਾ, ਇਹ ਵੇਜ ਕਰਵ ਹੈ। ਇਹ ਵੇਜ ਕਰਵ ਹੈ। K ਕਰਵ ਹੈ ਜਿਹੜਾ, ਇਹ ਪ੍ਰੋਡਕਸ਼ਨ ਕਰਵ ਹੈ। ਪਹਿਲਾਂ ਪ੍ਰੋਡਕਸ਼ਨ ਦੀ ਗਰੋਥ ਰੇਟ ਜ਼ਿਆਦਾ ਹੈ, ਮੈਕਸੀਮਮ ਹੋਣ ਤੋਂ ਬਾਅਦ ਪ੍ਰੋਡਕਸ਼ਨ ਘਟਣਾ ਸ਼ੁਰੂ ਹੋ ਜਾਂਦਾ ਹੈ। ਇੱਥੋਂ ਤੱਕ ਪ੍ਰੋਡਕਸ਼ਨ ਮੈਕਸੀਮਮ ਹੈ। ਇਸ ਤੋਂ ਮਗਰੋਂ ਪ੍ਰੋਡਕਸ਼ਨ ਜਾਂ ਆਊਟਪੁੱਟ, ਟੋਟਲ ਆਊਟਪੁੱਟ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਲੈਵਲ 'ਤੇ ਜਾ ਕੇ ਰੁਕ ਜਾਂਦਾ ਹੈ। ਇਹ ਸਟੇਸ਼ਨਰੀ ਸਟੇਟ ਹੈ। OK ਕਰਵ ਹੈ ਜਿਹੜਾ, ਇਹ ਟੋਟਲ ਆਊਟਪੁੱਟ ਕਰਵ ਹੈ, ਟੋਟਲ ਪ੍ਰੋਡਕਸ਼ਨ ਕਰਵ ਹੈ। ਵੇਜ ਹੈ ਜਿਹੜੀ, ਉਹ ਤਾਂ ਲਗਾਤਾਰ ਵੱਧਦੀ ਜਾ ਰਹੀ ਹੈ। ਜਿਵੇਂ ਜਿਵੇਂ ਇੰਪਲਾਇਮੈਂਟ ਵੱਧਦਾ ਜਾ ਰਿਹਾ ਵੇਜ ਵੀ ਵੱਧਦੀ ਜਾ ਰਹੀ ਹੈ। ਪਰ ਆਊਟਪੁੱਟ ਹੈ ਜਿਹੜਾ, ਉਹ ਇੰਪਲਾਇਮੈਂਟ ਦੇ ਵਧਣ ਨਾਲ ਪਹਿਲਾਂ ਮੈਕਸੀਮਮ ਹੁੰਦਾ ਹੈ। ਇੰਪਲਾਇਮੈਂਟ ਦੇ ਵਧਣ ਨਾਲ ਪਹਿਲਾਂ ਆਊਟਪੁੱਟ ਵੱਧਦਾ ਹੈ, ਉਸ ਤੋਂ ਮਗਰੋਂ ਇੰਪਲਾਇਮੈਂਟ ਦੇ ਵਧਣ ਨਾਲ ਆਊਟਪੁੱਟ ਦੀ ਗਰੋਥ ਰੇਟ ਘੱਟ ਜਾਂਦੀ ਹੈ। ਇੱਥੇ ਆਊਟਪੁੱਟ ਦਾ ਵਾਧਾ ਘੱਟ ਹੈ। ਉਹ A ਤੱਕ ਆਊਟਪੁੱਟ ਹੈ ਜਿਹੜਾ, ਉਹ ਤੇਜ਼ੀ ਨਾਲ ਵੱਧਦਾ ਹੈ। A ਤੋਂ B ਤੱਕ ਆਊਟਪੁੱਟ ਘੱਟ ਤੇਜ਼ੀ ਨਾਲ ਵੱਧਦਾ ਹੈ। ਗਰੋਥ ਰੇਟ ਆਊਟਪੁੱਟ ਦੀ ਘੱਟ ਹੈ A ਤੋਂ B ਤੱਕ, ਅਤੇ B ਤੋਂ K ਤੱਕ ਗਰੋਥ ਰੇਟ ਰੁਕ ਜਾਂਦੀ ਹੈ। ਆਊਟਪੁੱਟ ਦੀ ਗਰੋਥ ਰੇਟ ਦੇ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ। ਇਸ ਨੂੰ ਸਟੇਸ਼ਨਰੀ ਸਟੇਟ ਕਿਹਾ ਜਾਂਦਾ ਹੈ। O ਤੋਂ B ਤੱਕ ਦੀ ਜਿਹੜੀ ਸਟੇਟ ਹੈਗੀ ਹੈ, ਇਸ ਨੂੰ ਕਿਹਾ ਜਾਂਦਾ ਪ੍ਰੋਗਰੈਸਿਵ ਸਟੇਟ। ਇਹ ਪ੍ਰੋਗਰੈਸਿਵ ਸਟੇਟ ਹੈ, ਪ੍ਰੋਗਰੈਸਿਵ ਸਟੇਟ। ਇਹਦੇ 'ਚ ਕੈਪੀਟਲ ਅਕਮੂਲੇਸ਼ਨ ਵੀ ਵੱਧਦਾ ਹੈ, ਪ੍ਰੋਫਿਟ ਵੀ ਵੱਧਦੇ ਆ, ਆਊਟਪੁੱਟ ਵੀ ਵੱਧਦਾ ਹੈ। B ਤੋਂ K ਤੱਕ ਦੀ ਸਟੇਟ ਹੈ ਜਿਹੜੀ, ਇਹ ਹੈਗੀ ਹੈ ਸਟੇਸ਼ਨਰੀ ਸਟੇਟ। ਸਟੇਸ਼ਨਰੀ ਸਟੇਟ, ਇਹਦੇ 'ਚ ਇੰਪਲਾਇਮੈਂਟ ਵੱਧ ਰਿਹਾ ਪਰ ਆਊਟਪੁੱਟ ਦੇ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ। ਇੱਥੇ ਆ ਕੇ B ਪੁਆਇੰਟ 'ਤੇ ਆ ਕੇ ਕੈਪੀਟਲ ਅਕਮੂਲੇਸ਼ਨ
ਦੀ ਕੈਪੀਟਲ ਅਕਮੂਲੇਸ਼ਨ ਦੇ ਵਿੱਚ ਕੋਈ ਵਾਧਾ ਨਹੀਂ ਹੁੰਦਾ। ਇਕੋਨਮੀ ਦੀ ਗਰੋਥ ਇੱਥੇ ਆ ਕੇ ਰੁਕ ਜਾਂਦੀ ਹੈ, ਆਊਟਪੁੱਟ ਦਾ ਵਾਧਾ ਰੁਕ ਜਾਂਦਾ, ਇਨਵੈਸਟਮੈਂਟ ਰੁਕ ਜਾਂਦਾ, ਪ੍ਰੋਫਿਟ ਜ਼ੀਰੋ ਹੋ ਜਾਂਦਾ, ਪ੍ਰੋਫਿਟ ਦੇ ਵਿੱਚ ਕੋਈ ਵਾਧਾ ਨਹੀਂ ਹੁੰਦਾ। ਜਦੋਂ ਲੇਬਰ ਦਾ ਜਾਂ ਇੰਪਲਾਇਮੈਂਟ ਦਾ ਲੈਵਲ L 0 ਹੈ ਉਦੋਂ ਪ੍ਰੋਗਰੈਸਿਵ ਸਟੇਟ ਦੀ ਪਹਿਲੀ ਫੇਜ਼ ਹੈ। ਜਦੋਂ ਇੰਪਲਾਇਮੈਂਟ ਲੈਵਲ L 1 ਹੈ ਪ੍ਰੋਗਰੈਸਿਵ ਸਟੇਟ ਦੀ ਦੂਸਰੀ ਸਟੇਟ ਹੈ। ਪ੍ਰੋਗਰੈਸਿਵ ਸਟੇਟ ਨੂੰ ਵੀ ਦੋ ਹਿੱਸਿਆਂ ਦੇ ਵਿੱਚ ਵੰਡਿਆ, ਪਹਿਲੀ ਤੇ ਦੂਸਰੀ। ਜਦੋਂ ਗਰੋਥ ਰੇਟ ਜ਼ਿਆਦਾ ਹੈ ਉਹਨੂੰ ਪਹਿਲੀ ਸਟੇਟ ਕਿਹਾ ਗਿਆ, ਜਦੋਂ ਗਰੋਥ ਰੇਟ ਘੱਟ ਹੈਗੀ ਆ ਉਸ ਨੂੰ ਦੂਸਰੀ ਸਟੇਟ ਕਿਹਾ ਗਿਆ, ਜਦੋਂ ਗਰੋਥ ਰੇਟ ਬਿਲਕੁਲ ਵੀ ਨਹੀਂ ਹੈਗੀ ਹੈ ਉਸ ਨੂੰ ਸਟੇਸ਼ਨਰੀ ਸਟੇਟ ਕਿਹਾ ਜਾਂਦਾ ਹੈ। O ਤੋਂ B ਤੱਕ ਪ੍ਰੋਗਰੈਸਿਵ ਸਟੇਟ ਹੈ ਅਤੇ B ਤੋਂ K ਤੱਕ ਸਟੇਸ਼ਨਰੀ ਸਟੇਟ ਹੈ। ਇੱਥੇ ਆਊਟਪੁੱਟ ਦਾ ਵਾਧਾ ਰੁਕ ਗਿਆ, ਆਊਟਪੁੱਟ ਦੇ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ। ਹੁਣ ਆਪਾਂ ਕਲਾਸੀਕਲ ਮਾਡਲ ਨੂੰ ਇਕੁਏਸ਼ਨਸ ਦੀ ਸਹਾਇਤਾ ਨਾਲ ਵੀ ਐਕਸਪਲੇਨ ਕਰਾਂਗੇ। ਪ੍ਰੋਡਕਸ਼ਨ ਫੰਕਸ਼ਨ Q ਇਜ਼ ਅ ਫੰਕਸ਼ਨ ਆਫ L K N T। ਇਹਨਾਂ ਚਾਰਾਂ ਸਾਧਨਾਂ ਦੇ ਉੱਤੇ ਡਿਪੈਂਡ ਕਰਦਾ। ਪ੍ਰੋਡਕਸ਼ਨ ਜਾਂ ਆਊਟਪੁੱਟ ਇਹਨਾਂ ਚਾਰਾਂ ਸਾਧਨਾਂ ਦੇ ਉੱਤੇ ਡਿਪੈਂਡ ਕਰਦਾ ਕਲਾਸੀਕਲ ਅਰਥਸ਼ਾਸਤਰੀਆਂ ਦੇ ਅਨੁਸਾਰ। ਇੱਥੇ Q ਹੈ ਪ੍ਰੋਡਕਸ਼ਨ ਜਾਂ ਆਊਟਪੁੱਟ, F ਹੈ ਫੰਕਸ਼ਨ, L ਹੈ ਲੇਬਰ ਫੋਰਸ, K ਹੈ ਕੈਪੀਟਲ ਅਕਮੂਲੇਸ਼ਨ, N ਹੈ ਨੈਚੁਰਲ ਸੋਰਸਿਸ ਅਤੇ T ਹੈ ਟੈਕਨੋਲੋਜੀ। ਇਹਨਾਂ ਚਾਰਾਂ ਦੇ ਉੱਤੇ ਆਊਟਪੁੱਟ ਡਿਪੈਂਡ ਕਰਦਾ। ਟੈਕਨੀਕਲ ਪ੍ਰੋਗਰੈਸ ਟੈਕਨੀਕਲ ਪ੍ਰੋਗਰੈਸ ਕਲਾਸੀਕਲ ਇਕਨੋਮਿਸਟਸ ਦੇ ਅਕੋਰਡਿੰਗ ਡਿਪੈਂਡ ਕਰਦੀ ਹੈ ਇਨਵੈਸਟਮੈਂਟ ਦੇ ਉੱਤੇ। ਜਿੰਨਾ ਜ਼ਿਆਦਾ ਇਨਵੈਸਟਮੈਂਟ ਕੀਤਾ ਜਾਂਦਾ ਓਨੀ ਟੈਕਨੀਕਲ ਪ੍ਰੋਗਰੈਸ ਹੁੰਦੀ ਹੈ, ਟੈਕਨੋਲੋਜੀ ਦੇ ਵਿੱਚ ਓਨਾ ਹੀ ਜ਼ਿਆਦਾ ਵਾਧਾ ਹੁੰਦਾ ਹੈ। ਟੈਕਨੋਲੋਜੀ ਦਾ ਅਤੇ ਇਨਵੈਸਟਮੈਂਟ ਦਾ ਆਪਸ ਦੇ ਵਿੱਚ ਪੋਜ਼ੀਟਿਵ ਰਿਲੇਸ਼ਨ ਪਾਇਆ ਜਾਂਦਾ ਹੈ। ਅੱਗੋਂ ਇਨਵੈਸਟਮੈਂਟ ਡਿਪੈਂਡ ਕਰਦਾ ਹੈ ਰੇਟ ਆਫ ਪ੍ਰੋਫਿਟ ਦੇ ਉੱਤੇ ਜਾਂ ਪ੍ਰੋਫਿਟ ਲੈਵਲ ਦੇ ਉੱਤੇ। ਪ੍ਰੋਫਿਟ ਲੈਵਲ ਦੇ ਉੱਤੇ ਡਿਪੈਂਡ ਕਰਦਾ ਹੈ। ਪ੍ਰੋਫਿਟ ਲੈਵਲ ਦਾ ਅਤੇ ਇਨਵੈਸਟਮੈਂਟ ਦਾ ਵੀ ਪੋਜ਼ੀਟਿਵ ਰਿਲੇਸ਼ਨ ਹੈ। ਪ੍ਰੋਫਿਟ ਜਿੰਨਾ ਜ਼ਿਆਦਾ ਹੋਊਗਾ, ਪ੍ਰੋਫਿਟ ਲੈਵਲ ਜਿੰਨਾ ਜ਼ਿਆਦਾ ਹੋਊਗਾ, ਇਨਵੈਸਟਮੈਂਟ ਓਨਾ ਹੀ ਜ਼ਿਆਦਾ ਕੀਤਾ ਜਾਊਗਾ। ਪ੍ਰੋਫਿਟ ਨੂੰ R ਵੀ ਲਿਖਿਆ ਜਾ ਸਕਦਾ ਹੈ। ਪ੍ਰੋਫਿਟ ਡਿਪੈਂਡ ਕਰਦਾ ਹੈ, ਪ੍ਰੋਫਿਟ ਇਜ਼ ਅ ਫੰਕਸ਼ਨ ਆਫ L ਐਂਡ T। L ਹੈ ਸਪਲਾਈ ਆਫ ਲੇਬਰ। ਸਪਲਾਈ ਆਫ ਲੇਬਰ ਅਤੇ ਪ੍ਰੋਫਿਟ ਦਾ ਆਪਸ ਦੇ ਵਿੱਚ ਨੈਗੇਟਿਵ ਰਿਲੇਸ਼ਨ ਹੈ। ਸਪਲਾਈ ਆਫ ਲੇਬਰ ਦੇ ਵਧਣ ਨਾਲ ਪ੍ਰੋਫਿਟ ਲੈਵਲ ਘੱਟ ਜਾਂਦਾ ਹੈ। ਜਦੋਂ ਲੇਬਰ ਦੀ ਸਪਲਾਈ ਵੱਧਦੀ ਹੈ ਉਦੋਂ ਪ੍ਰੋਫਿਟ ਘੱਟ ਜਾਂਦਾ ਹੈ। ਆਪਾਂ ਪਿੱਛੇ ਦੱਸ ਚੁੱਕੇ ਹਾਂ ਕਿ ਜਿਵੇਂ ਜਿਵੇਂ ਸਪਲਾਈ ਲੇਬਰ ਦੀ ਵੱਧਦੀ ਜਾਂਦੀ ਹੈ ਉਹ ਵੱਧ ਮਜ਼ਦੂਰੀ ਦੀ ਡਿਮਾਂਡ ਕਰਦੇ ਹੈ। ਮਜ਼ਦੂਰੀ ਵੇਜ ਫੰਡ ਵਧਣ ਨਾਲ ਜਾਂ ਮਜ਼ਦੂਰੀਆਂ ਵਧਣ ਦੇ ਨਾਲ ਪ੍ਰੋਫਿਟ ਲੈਵਲ ਘੱਟ ਜਾਂਦਾ ਹੈ। ਟੈਕਨੋਲੋਜੀ ਦਾ ਅਤੇ ਪ੍ਰੋਫਿਟ ਦਾ ਆਪਸ ਦੇ ਵਿੱਚ ਪੋਜ਼ੀਟਿਵ ਰਿਲੇਸ਼ਨ ਹੁੰਦਾ ਹੈ। ਟੈਕਨੀਕਲ ਪ੍ਰੋਗਰੈਸ ਜਿੰਨੀ ਜ਼ਿਆਦਾ ਹੁੰਦੀ ਹੈ ਓਨਾ ਹੀ ਪ੍ਰੋਫਿਟ ਲੈਵਲ ਵੀ ਜ਼ਿਆਦਾ ਹੁੰਦਾ। ਫਿਰ ਹੈਗੀ ਹੈ ਸਪਲਾਈ ਆਫ ਲੇਬਰ। L ਡਿਪੈਂਡ ਕਰਦੀ ਹੈ ਵੇਜ ਫੰਡ ਦੇ ਉੱਤੇ, ਮਜ਼ਦੂਰੀ ਕੋਸ਼ ਦੇ ਉੱਤੇ ਡਿਪੈਂਡ ਕਰਦੀ ਹੈ। ਲੇਬਰ ਦੀ ਸਪਲਾਈ ਵੇਜ ਫੰਡ ਜਿੰਨਾ ਜ਼ਿਆਦਾ ਹੋਊਗਾ ਲੇਬਰ ਦੀ ਸਪਲਾਈ ਵੀ ਓਨੀ ਜ਼ਿਆਦਾ ਹੋਊਗੀ। ਲੇਬਰ ਨੂੰ ਜਿੰਨੀ ਜ਼ਿਆਦਾ ਮਜ਼ਦੂਰੀ ਦਿੱਤੀ ਜਾਊਗੀ ਓਨਾ ਹੀ ਜ਼ਿਆਦਾ ਵੇਜ ਫੰਡ ਹੁੰਦਾ। ਵੇਜ ਫੰਡ ਜਿੰਨਾ ਜ਼ਿਆਦਾ ਹੋਊਗਾ ਓਨੀ ਲੇਬਰ ਦੀ ਸਪਲਾਈ ਵੀ ਵਧੂਗੀ। ਲੇਬਰ ਵੱਧ ਮਜ਼ਦੂਰੀ ਨੂੰ ਦੇਖ ਕੇ ਆਪਣੀ ਸਪਲਾਈ ਨੂੰ ਵਧਾ ਦਿੰਦਾ, ਵੱਧ ਕੰਮ ਕਰਨ ਵਾਸਤੇ ਤਿਆਰ ਹੁੰਦਾ। ਅੱਗੋਂ ਮਜ਼ਦੂਰੀ ਜਾਂ ਵੇਜਸ ਹੈਗੀ ਜਿਹੜੀ ਉਹ ਡਿਪੈਂਡ ਕਰਦੀ ਹੈ ਇਨਵੈਸਟਮੈਂਟ ਦੇ ਉੱਤੇ। ਇਨਵੈਸਟਮੈਂਟ ਜਿਵੇਂ ਜਿਵੇਂ ਵੱਧਦਾ ਜਾਂਦਾ ਉਵੇਂ ਉਵੇਂ ਮਜ਼ਦੂਰੀ ਵੀ ਵੱਧਦੀ ਜਾਂਦੀ ਹੈ। ਆਊਟਪੁੱਟ ਇਕੋਨਮੀ ਦਾ ਆਊਟਪੁੱਟ ਦੋ ਚੀਜ਼ਾਂ 'ਤੇ ਡਿਪੈਂਡ ਕਰਦਾ ਹੈ, ਪ੍ਰੋਫਿਟ ਲੈਵਲ ਪਲੱਸ ਵੇਜਸ। ਮਜ਼ਦੂਰੀਆਂ ਅਤੇ ਪ੍ਰੋਫਿਟ ਲੈਵਲ ਦੇ ਉੱਤੇ ਆਊਟਪੁੱਟ ਡਿਪੈਂਡ ਕਰਦਾ। ਇਹਨਾਂ ਨੂੰ ਦੋਨਾਂ ਨੂੰ ਜੋੜ ਕੇ ਪ੍ਰੋਫਿਟ ਲੈਵਲ ਅਤੇ ਵੇਜ ਨੂੰ ਜੋੜ ਕੇ ਆਊਟਪੁੱਟ ਦਾ ਪਤਾ ਲਾਇਆ ਜਾ ਸਕਦਾ। ਇਸ ਤਰ੍ਹਾਂ ਨਾਲ ਆਊਟਪੁੱਟ ਨੂੰ ਇੱਥੋਂ ਪਤਾ ਕੀਤਾ ਜਾਂਦਾ। ਪ੍ਰੋਗਰੈਸਿਵ ਸਟੇਟ ਵਾਸਤੇ ਪ੍ਰੋਗਰੈਸਿਵ ਸਟੇਟ ਇਕੋਨਮੀ ਦੀ ਪ੍ਰੋਗਰੈਸਿਵ ਸਟੇਟ ਕੈਪੀਟਲ ਅਕਮੂਲੇਸ਼ਨ ਨਾਲ ਸ਼ੁਰੂ ਹੁੰਦੀ ਹੈ। ਕੈਪੀਟਲ ਅਕਮੂਲੇਸ਼ਨ ਜਾਂ ਆਊਟਪੁੱਟ ਦੇ ਵਾਧੇ ਨਾਲ ਟੈਕਨੀਕਲ ਪ੍ਰੋਗਰੈਸ ਹੁੰਦੀ ਹੈ, ਟੈਕਨੋਲੋਜੀ ਚੇਂਜ ਹੋ ਜਾਂਦੀ ਹੈ। ਟੈਕਨੀਕਲ ਪ੍ਰੋਗਰੈਸ ਦੇ ਨਾਲ ਰੇਟ ਆਫ ਪ੍ਰੋਫਿਟ ਵੱਧਦਾ ਹੈ। ਰੇਟ ਆਫ ਪ੍ਰੋਫਿਟ ਦੇ ਵਧਣ ਨਾਲ ਆਊਟਪੁੱਟ ਅਤੇ ਕੈਪੀਟਲ ਅਕਮੂਲੇਸ਼ਨ ਦੋਨੇ ਵੱਧਦੇ ਹੈ। ਇਸ ਤਰ੍ਹਾਂ ਨਾਲ ਜਦੋਂ ਹਰੇਕ ਚੀਜ਼ ਦੇ ਵਿੱਚ ਵਾਧਾ ਹੋ ਰਿਹਾ, ਟੈਕਨੀਕਲ ਪ੍ਰੋਗਰੈਸ ਵੱਧ ਰਹੀ ਹੈ, ਪ੍ਰੋਫਿਟ ਲੈਵਲ ਵੱਧ ਰਿਹਾ, ਆਊਟਪੁੱਟ ਵੱਧ ਰਿਹਾ, ਕੈਪੀਟਲ ਅਕਮੂਲੇਸ਼ਨ ਵੱਧ ਰਿਹਾ,
ਤਾਂ ਇਸ ਸਟੇਟ ਨੂੰ ਪ੍ਰੋਗਰੈਸਿਵ ਸਟੇਟ ਕਿਹਾ ਜਾਂਦਾ ਹੈ। ਦੂਸਰੀ ਸਟੇਟ ਹੈ ਸਟੇਸ਼ਨਰੀ ਸਟੇਟ। ਸਟੇਸ਼ਨਰੀ ਸਟੇਟ, ਸਟੇਸ਼ਨਰੀ ਸਟੇਟ ਉਹ ਸਟੇਟ ਹੁੰਦੀ ਹੈ ਜਦੋਂ ਜ਼ਿਆਦਾ ਕੈਪੀਟਲ ਕਮੂਲੇਸ਼ਨ ਹੋਣ ਦੇ ਨਾਲ ਮਜ਼ਦੂਰੀਆਂ ਵਧਣ ਲੱਗ ਜਾਂਦੀਆਂ, ਵੇਜ ਵਧਣ ਲੱਗ ਜਾਂਦੀ ਹੈ। ਵੇਜ ਦੇ ਵਧਣ ਨਾਲ ਲੇਬਰ ਦੀ ਸਪਲਾਈ ਵੱਧਦੀ ਹੈ। ਲੇਬਰ ਦੀ ਸਪਲਾਈ ਵਧਣ ਨਾਲ ਪ੍ਰੋਫਿਟ ਲੈਵਲ ਘਟ ਜਾਂਦਾ ਹੈ। ਪ੍ਰੋਫਿਟ ਲੈਵਲ ਦੇ ਘਟਣ ਨਾਲ ਆਊਟਪੁੱਟ ਤੇ ਕੈਪੀਟਲ ਕਮੂਲੇਸ਼ਨ ਘਟ ਜਾਂਦੇ ਹੈ। ਇਹਨਾਂ ਦੇ ਵਿੱਚ ਵਾਧਾ ਰੁਕ ਜਾਂਦਾ ਹੈ। ਜਦੋਂ ਇਕੋਨਮੀ ਦੀ ਗਰੋਥ ਰੇਟ ਰੁਕ